ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਪੰਜਾਬੀ ਲਾਜ਼ਮੀ ਦੀ ਸਾਡੀ ਇਸ ਕਲਾਸ ਦੇ ਵਿੱਚ। ਅੱਜ ਅਸੀਂ ਕਹਾਣੀ ਬਾਰੇ ਗੱਲ ਕਰਾਂਗੇ ਉਹਦਾ ਨਾਮ ਹੈ ਤ੍ਰਿਸ਼ਨਾ। ਤ੍ਰਿਸ਼ਨਾ ਜਿਹੜੀ ਕਹਾਣੀ ਹੈ ਉਹ ਕਰਤਾਰ ਸਿੰਘ ਦੁੱਗਲ ਨੇ ਲਿਖੀ ਹੈ। ਕਰਤਾਰ ਸਿੰਘ ਦੁੱਗਲ ਇੱਕ ਇਹੋ ਜਿਹੇ ਲੇਖਕ ਨੇ ਜਿਨ੍ਹਾਂ ਨੇ ਪੰਜਾਬੀ ਸਾਹਿਤ ਦੇ ਵਿੱਚ ਸਭ ਤੋਂ ਵੱਧ ਕਹਾਣੀਆਂ ਲਿਖੀਆਂ ਨੇ। ਕਹਾਣੀਆਂ ਤੋਂ ਬਿਨਾਂ ਉਹਨਾਂ ਨੇ ਨਾਵਲ, ਨਾਟਕ, ਕਵਿਤਾ, ਆਲੋਚਨਾ, ਇਹ ਸਾਰਾ ਕੁਛ ਵੀ ਉਹਨਾਂ ਨੇ ਰਚਿਆ, ਪਰ ਉਹਨਾਂ ਨੂੰ ਬਹੁਤੀ ਪ੍ਰਸਿੱਧੀ ਕਹਾਣੀ ਲੇਖਕ ਹੋਣ ਕਰਕੇ ਹੀ ਮਿਲੀ। ਉਹਨਾਂ ਦਾ ਜਨਮ 1 ਮਾਰਚ 1917 ਨੂੰ ਪਿੰਡ ਧਮਿਆਲ, ਜ਼ਿਲ੍ਹਾ ਰਾਵਲਪਿੰਡੀ ਦੇ ਵਿੱਚ ਹੋਇਆ। ਗਰੀਬ ਪਰਿਵਾਰ ਦੇ ਵਿੱਚ ਜੰਮੇ ਹੋਣ ਕਰਕੇ ਉਹਨਾਂ ਨੂੰ ਬੜੀ ਸਖਤ ਮਿਹਨਤ ਕਰਨੀ ਪਈ, ਪਰ ਆਪਣੇ ਸਵੇਰੇ ਸਾਰ ਪਿੱਪਲ ਪੱਤੀਆਂ ਕਹਾਣੀ ਸੰਗ੍ਰਹਿ ਛਪਵਾਉਣ ਨਾਲ ਉਹ ਇੱਕਦਮ ਪ੍ਰਮੁੱਖ ਕਹਾਣੀਕਾਰਾਂ 'ਚ ਆ ਕੇ ਖੜ੍ਹੇ ਹੋ ਗਏ। ਫਿਰ ਉਹਨਾਂ ਨੂੰ ਲਾਹੌਰ ਰੇਡੀਓ ਸਟੇਸ਼ਨ 'ਤੇ ਪ੍ਰੋਗਰਾਮ ਅਸਿਸਟੈਂਟ ਦੇ ਵਜੋਂ ਨੌਕਰੀ ਮਿਲੀ। 26 ਜਨਵਰੀ 2012 ਨੂੰ ਉਹਨਾਂ ਦਾ ਦੇਹਾਂਤ ਹੋ ਗਿਆ ਅਤੇ ਉਹਨਾਂ ਨੇ ਬੜੇ ਸਾਰੇ ਕਹਾਣੀ ਸੰਗ੍ਰਹਿ ਰਚੇ। ਮੈਂ ਕਹਾਣੀ ਸੰਗ੍ਰਹਿ ਥੋੜ੍ਹੇ ਜਿਹੇ ਦੀ ਗੱਲ ਕਰੂੰਗੀ ਕਿਉਂਕਿ ਕਈ ਵਾਰ ਸਾਡੇ ਚੇਤਿਆਂ ਦੇ ਵਿੱਚ ਕੋਈ ਨਾ ਕੋਈ ਨਾਮ ਅਟਕਿਆ ਰਹਿ ਜਾਂਦਾ, ਜਿਵੇਂ ਪਿੱਪਲ ਪੱਤੀਆਂ, ਸਵੇਰ ਸਾਰ, ਕੁੜੀ ਕਹਾਣੀ ਕਰਦੀ ਗਈ, ਸਿਲ ਵੱਟੇ, ਅੱਗ ਖਾਣ ਵਾਲੇ, ਡੰਗਰ, ਕੱਚਾ ਦੁੱਧ, ਨਵਾਂ ਆਦਮੀ, ਨਵਾਂ ਘਰ, ਫੁੱਲ ਤੋੜਨਾ ਮਨਾ ਹੈ, ਕਰਾਮਾਤ, ਇਕਰਾਰਾਂ ਵਾਲੀ ਰਾਤ, ਤਰਕਾਲਾਂ ਵੇਲੇ, ਮੇਰੀਆਂ ਸ੍ਰੇਸ਼ਟ ਕਹਾਣੀਆਂ, ਹੋਰ ਵੀ ਬੜੇ ਉਹਨਾਂ ਨੇ ਕਹਾਣੀ ਸੰਗ੍ਰਹਿ ਰਚੇ। ਨਾਵਲਾਂ ਦੀ ਜੇ ਅਸੀਂ ਗੱਲ ਕਰੀਏ, ਕਰਤਾਰ ਸਿੰਘ ਦੁੱਗਲ ਨੇ ਬੜੇ ਸ਼ਾਹਕਾਰ ਨਾਵਲ ਰਚੇ, ਜਿਵੇਂ ਕੁਛ ਦਾ ਨਾਮ ਮੈਂ ਬੋਲੂੰਗੀ, ਜਿਵੇਂ ਆਂਦਰਾਂ, ਉਸ ਦੀਆਂ ਚੂੜੀਆਂ, ਮਾਂ ਪਿਓ ਜਾਏ, ਦਿਲ ਦਰਿਆ। ਅੱਜ ਅਸੀਂ ਉਹਨਾਂ ਦੀ ਕਹਾਣੀ ਤ੍ਰਿਸ਼ਨਾ ਬਾਰੇ ਗੱਲ ਕਰਾਂਗੇ। ਤ੍ਰਿਸ਼ਨਾ ਜਿਹੜੀ ਕਹਾਣੀ ਹੈ, ਅਗਰ ਅਸੀਂ ਉਹਦੇ ਵਿਸ਼ਾ ਵਸਤੂ ਬਾਰੇ ਗੱਲ ਕਰੀਏ ਤਾਂ ਤ੍ਰਿਸ਼ਨਾ ਜਿਹੜੀ ਹੈਗੀ ਹੈ ਉਹਦੇ ਵਿੱਚ ਜਿਹੜਾ ਵਿਸ਼ਾ ਉਹਨਾਂ ਨੇ ਚੁਣਿਆ ਉਹ ਅੱਜ ਦਾ ਬਹੁਤ ਚਰਚਿਤ ਵਿਸ਼ਾ ਹੈ। ਮਤਲਬ ਅਸੀਂ ਜ਼ਿਆਦਾਤਰ ਸਾਡੇ ਸਮਾਜ ਦੇ ਵਿੱਚ ਇਸੇ ਵਿਸ਼ੇ ਦੀ ਗੱਲ ਚੱਲਦੀ ਰਹਿੰਦੀ ਆ। ਅਸੀਂ ਅਖਬਾਰਾਂ ਦੇ ਵਿੱਚ, ਸੋਸ਼ਲ ਮੀਡੀਆ ਦੇ ਉੱਪਰ ਇਸ ਟੌਪਿਕ ਬਾਰੇ ਸੁਣਦੇ ਹਾਂ, ਜਾਂ ਸਾਡੇ ਆਲੇ ਦੁਆਲੇ ਵੀ ਕੁਛ ਇਸ ਕਹਾਣੀ ਵਰਗੀਆਂ ਘਟਨਾਵਾਂ ਵਾਪਰਦੀਆਂ ਨੇ ਨੇੜੇ। ਮੁੱਦਾ ਹੈ ਭਰੂਣ ਹੱਤਿਆ ਦਾ। ਜੀ ਹਾਂ, ਭਰੂਣ ਹੱਤਿਆ, ਜਿਹਨੂੰ ਫੋਕਸ ਕਰਨ ਦੇ ਲਿਆਉਣ ਦੇ ਨਾਲ ਆਧੁਨਿਕ ਆਖੇ ਜਾਣ ਵਾਲੇ ਸਮਾਜ ਦੇ ਵਿੱਚ ਮਰਦ ਦੀ ਧੌਂਸ ਉਜਾਗਰ ਹੁੰਦੀ ਹੈ। ਸਰਦਾਰੀ ਦੇ ਹਵਾਲੇ ਨਾਲ ਔਰਤ ਦੀ ਹੀਣ ਉਹਦੇ ਵਸਤੂ ਹੋਣ ਦਾ ਬਿਰਤਾਂਤ ਸਾਡੇ ਸਾਹਮਣੇ ਪੇਸ਼ ਹੋਇਆ। ਇਸ ਕਹਾਣੀ ਦੇ ਵਿੱਚ ਇੱਕ ਲੜਕੀ ਹੈ, ਰਜਨੀ ਇੱਕ ਪੜ੍ਹੀ ਲਿਖੀ ਲੜਕੀ ਹੈ ਜੋ ਆਪਣੀ ਮਰਜ਼ੀ ਦੇ ਨਾਲ ਪਤੀ ਚੁਣਨ 'ਚ ਕਾਮਯਾਬ ਹੁੰਦੀ ਹੈ, ਉਹਦੇ ਨਾਲ ਸੋਹਣੇ ਦਿਨ ਗੁਜ਼ਾਰਦੀ ਹੈ, ਖੁਸ਼ ਹੁੰਦੀ ਹੈ। ਫਿਰ ਉਹ ਵਿਆਹ ਤੋਂ ਥੋੜ੍ਹੇ ਸਮੇਂ ਤੋਂ ਬਾਅਦ ਹੀ ਗਰਭਵਤੀ ਹੋ ਜਾਂਦੀ ਹੈ, ਪ੍ਰੈਗਨੈਂਟ ਹੋ ਜਾਂਦੀ ਹੈ, ਬੇਬੀ ਹੋਣ ਵਾਲਾ ਹੋ ਜਾਂਦਾ। ਤਾਂ ਉਹਦਾ ਜਿਹੜਾ ਪਤੀ ਕਹਿ ਲਓ ਜਾਂ ਪ੍ਰੇਮੀ ਕਹਿ ਲਓ, ਉਹ ਇੱਕ ਮੈਜਿਸਟ੍ਰੇਟ ਹੈ ਜਿਹੜਾ ਲੋਕਾਂ ਨੂੰ ਜਸਟਿਸ ਦਿੰਦਾ ਹੈ। ਉਹ ਜ਼ਿੱਦ ਕਰਦਾ ਵੀ ਆਪਾਂ ਇਹ ਪਤਾ ਲਾਉਣ ਲਈ ਕਿ ਜਿਹੜੇ ਪੇਟ ਦੇ ਵਿੱਚ ਬੱਚਾ ਹੈ ਉਹ ਬੇਟਾ ਹੈ ਕਿ ਬੇਟੀ, ਇਸ ਲਈ ਆਪਾਂ ਸਕਰੀਨਿੰਗ ਕਰਾਈਏ। ਇਸ ਤਰ੍ਹਾਂ ਉਹ ਉਹਦੇ ਮਾਂ ਬਣਨ ਦੇ ਅਤੇ ਬੱਚਾ ਪੈਦਾ ਕਰਨ ਦੇ ਮਹੱਤਵਪੂਰਨ ਫੈਸਲੇ ਦਾ ਜਿਹੜਾ ਉਹਦਾ ਅਧਿਕਾਰ ਹੈ ਆਪਣੇ ਕੋਲ ਰੱਖਦਾ। ਜਿਵੇਂ ਹੀ ਉਹ ਇਹ ਫੈਸਲਾ ਦੇਣ ਲਈ ਮੈਜਿਸਟ੍ਰੇਟ ਹੋਏ, ਰਜਨੀ ਬਥੇਰਾ ਵਿਰੋਧ ਕਰਦੀ ਹੈ ਇਸ ਚੀਜ਼ ਦਾ, ਪਰ ਅੰਤ ਹਾਰ ਕੇ ਉਹ ਮੰਨ ਜਾਂਦੀ ਹੈ ਵੀ ਚਲੋ ਸਕਰੀਨਿੰਗ ਕਰਵਾ ਲੈਂਦੇ ਹਾਂ, ਹੈ ਨਾ। ਇਹ ਪਤਾ ਲੱਗਣ 'ਤੇ ਕਿ ਪੇਟ ਵਿਚਲਾ ਬੱਚਾ ਬੇਟੀ ਹੈ ਤਾਂ ਉਹਦੇ ਪਤੀ ਦਾ ਮੂੰਹ ਲੈ ਜਾਂਦਾ ਹੈ, ਚਿਹਰਾ ਪੀਲਾ ਹੋ ਜਾਂਦਾ। ਤਦ ਕਿ ਰਜਨੀ ਤਾਂ ਬੇਟੀ ਨੂੰ ਉਡੀਕ ਰਹੀ ਹੁੰਦੀ ਹੈ, ਪਰ ਉਹਦੇ ਪਤੀ ਨੇ ਇਹੋ ਜਿੱਦ ਫੜੀ ਹੋਈ ਸੀ ਕਿ ਉਹ ਬੱਚੇ ਨੂੰ ਅਬਾਰਟ ਕਰਾ ਦੇ, ਸਫਾਈ ਕਰਾ ਦੇ ਉਹਦੀ, ਬੱਚੇ ਨੂੰ ਮਾਰ ਦਿੱਤਾ ਜਾਵੇ। ਰਜਨੀ ਕਹਿੰਦੀ ਹੈ ਕਿ ਉਹ ਅੱਗੋਂ ਬੇਟਾ ਪੈਦਾ ਕਰ ਲੈਣਗੇ, 1 ਵਰ੍ਹੇ ਦੀ ਤਾਂ ਗੱਲ ਹੈ, ਪਰ ਜਿਹੜਾ ਉਹਦਾ ਹਸਬੈਂਡ ਹੈ ਉਹਦਾ ਨਾਮ ਹੈ ਪ੍ਰਤੂਲ,
ਉਹ ਇੱਕ ਨਹੀਂ ਸੁਣਦਾ ਉਹਦੀ, ਅਤੇ ਉਹ ਗਰਭ ਵਿਚਲੇ ਬੱਚੇ ਨੂੰ ਖਤਮ ਕਰਨ 'ਤੇ ਤੁਲਿਆ ਹੁੰਦਾ, ਅਤੇ ਉਹ ਰਜਨੀ ਦੀ ਰਜ਼ਾਮੰਦੀ ਤੋਂ ਬਗੈਰ ਵੈਲਫੇਅਰ ਸੈਂਟਰ ਤੋਂ ਡੇਟ ਲਿਆਉਂਦਾ ਹੌਸਪੀਟਲ ਜਾ ਕੇ। ਲਾਸਟ ਦੇ ਵਿੱਚ ਉਹਦੀ ਜਿੱਦ ਅੱਗੇ ਹਾਰ ਕੇ ਰਜਨੀ ਵਿਚਾਰੀ ਸੈਂਟਰ ਦੇ ਵਿੱਚ ਪਹੁੰਚ ਜਾਂਦੀ ਹੈ। ਲੇਡੀ ਡਾਕਟਰ ਨੇ ਉਹਦੇ ਗਰਭ ਦੀ ਸਫਾਈ ਕਰਤੀ, ਬੱਚਾ ਖਤਮ। ਰਜਨੀ ਨੇ ਉਹਨੂੰ ਦੱਸਿਆ ਕਿ ਉਹ ਜੋ ਕੁਝ ਕਰਵਾ ਰਹੀ ਹੈ ਉਸ ਕੰਮ ਤੋਂ ਉਹਨੂੰ ਨਫ਼ਰਤ ਹੈ, ਉਹ ਆਪਣੀ ਬੇਟੀ ਨੂੰ ਪਿਆਰ ਕਰਦੀ ਹੈ। ਉਹਨੇ ਤਾਂ ਉਹਦਾ ਨਾਂ ਵੀ ਰੱਖਿਆ ਹੋਇਆ ਸੀ, ਉਹਨੇ ਸੋਚਿਆ ਸੀ ਉਹਦਾ ਨਾਮ ਤ੍ਰਿਸ਼ਨਾ ਰੱਖੇਗੀ। ਇਸ ਤਰ੍ਹਾਂ ਅਣਮੰਨੇ ਮਨ ਦੇ ਨਾਲ ਉਹ ਆਪਣੇ ਪ੍ਰੇਮੀ ਅਤੇ ਪਤੀ ਦੀ ਜਿੱਦ ਦੇ ਅੱਗੇ ਮਜਬੂਰ ਹੋ ਕੇ ਇਹ ਗਲਤ ਕਦਮ ਚੁੱਕ ਲੈਂਦੀ ਹੈ। ਇਸ ਤੋਂ ਬਾਅਦ ਘਰ ਆ ਕੇ ਉਹ ਬੁਰੀ ਤਰ੍ਹਾਂ ਬੇਚੈਨ ਹੁੰਦੀ ਹੈ, ਜਦ ਕਿ ਪ੍ਰਤੂਲ ਬੜਾ ਖੁਸ਼ ਹੁੰਦਾ। ਉਹਨੂੰ ਇੱਕ ਸਧਾਰਨ ਗੱਲ ਸਮਝਦਾ ਹੈ, ਉਹਨੂੰ ਆਪਣੇ ਨਾਲ ਕਲੱਬ ਜਾਣ ਲਈ ਕਹਿੰਦਾ, ਪਰ ਜਿਹੜੀ ਰਜਨੀ ਹੈ ਉਹ ਬੜੀ ਮਾਨਸਿਕ ਪੀੜਾ 'ਚੋਂ ਗੁਜ਼ਰ ਰਹੀ ਹੁੰਦੀ ਹੈ, ਨਹੀਂ ਜਾਂਦੀ। ਘਰ ਬੈਠ ਕੇ ਰੋਂਦੀ ਹੈ, ਅੱਥਰੂ ਵਹਾਉਂਦੀ ਹੈ, ਕਹਿੰਦੀ ਹੈ ਕਿ ਬੱਚੀ ਤੋਂ ਆਪਣੀ ਤੋਂ ਵਾਰ-ਵਾਰ ਮਾफ़ੀ ਮੰਗਦੀ ਹੈ। ਉਹ ਉਹਨੂੰ ਇੱਕ ਵਾਰ ਤਾਂ ਅੰਮਾ ਕਹਿ ਕੇ ਪੁਕਾਰੇ। ਕਲੱਬ ਤੋਂ ਪਰਤ ਕੇ ਪ੍ਰਤੂਲ ਰਜਨੀ ਆਉਣ ਤੱਕ ਜਿਹੜੀ ਰਜਨੀ ਉਹਦੀਆਂ ਰੋ ਰੋ ਕੇ ਅੱਖਾਂ ਲਾਲ ਹੋ ਜਾਂਦੀਆਂ। ਸਵੇਰ ਦੀ ਟੈਨਸ਼ਨ ਸਮਝਦਾ। ਇਸ ਤਰ੍ਹਾਂ ਰਜਨੀ ਦਾ ਜਿਹੜਾ ਪਤੀ ਪ੍ਰਤੂਲ ਆ, ਉਹ ਉਹਨੂੰ ਬੱਚੇ ਨੂੰ ਗਰਾਉਣ ਲਈ ਜਿੱਦ ਕਰਕੇ ਵਾਰ-ਵਾਰ ਕਹਿ ਕੇ ਲਾਲ ਪੀਲਾ ਹੋ ਕੇ ਮਜਬੂਰ ਤਾਂ ਕਰ ਦਿੰਦਾ, ਜਿਹਦੇ ਸਿੱਟੇ ਨਾਲ ਕੀ ਹੁੰਦਾ, ਰਜਨੀ ਮਾਨਸਿਕ ਬੇਚੈਨੀ ਦਾ ਸ਼ਿਕਾਰ ਹੋ ਜਾਂਦੀ ਹੈ, ਆਪਣੇ ਆਪ ਨੂੰ ਗੁਨਾਹਗਾਰ ਮੰਨਦੀ ਹੈ। ਬੇਵੱਸੀ ਦਾ ਅਹਿਸਾਸ ਉਹਦੇ ਮਨ ਦੇ ਵਿੱਚ ਜਾਗਦਾ ਹੈ, ਜੋ ਕਿਸੇ ਵੀ ਮਨੁੱਖ ਲਈ ਨਾ ਮਾਨਸਿਕ ਤੌਰ 'ਤੇ ਸਿਹਤਮੰਦੀ ਦੀ ਨਿਸ਼ਾਨੀ ਹੈ, ਨਾ ਹੀ ਸਰੀਰਕ ਤੌਰ 'ਤੇ। ਉਹਦੀ ਇਹ ਮਾਨਸਿਕ ਪੀੜਾ ਉਦੋਂ ਹੋਰ ਵੀ ਜ਼ਿਆਦਾ ਵੱਧ ਜਾਂਦੀ ਜਦੋਂ 5 ਸਾਲ, ਇਸ ਘਟਨਾ ਤੋਂ 5 ਸਾਲ ਬਾਅਦ ਤੱਕ ਉਹਦੇ ਘਰ ਦੇ ਵਿੱਚ ਕੋਈ ਬੱਚਾ ਨਹੀਂ ਹੁੰਦਾ। ਕਦੇ ਉਹ 5 ਸਾਲ ਤੱਕ ਗਰਭਵਤੀ ਨਹੀਂ ਹੋਈ। ਉਹ ਮੁੜ ਕਦੇ ਵੀ ਕਿਸੇ ਬੱਚੇ ਨੂੰ ਜਨਮ ਨਹੀਂ ਦੇ ਸਕੀ। ਉਹ ਆਪਣੇ ਮਨ ਉੱਤੋਂ ਗੁਨਾਹ ਦੇ ਅਹਿਸਾਸ ਨੂੰ ਦੂਰ ਕਰਨ ਲਈ ਜਾਂ ਉਹਨੂੰ ਸਹੀ ਕਰਨ ਦੇ ਲਈ ਹਰ ਵਰੇ ਪੂਜਾ ਪਾਠ ਵੀ ਕਰਾਉਂਦੀ ਹੈ, ਗਰੀਬ ਬੱਚਿਆਂ ਨੂੰ ਮਿਠਾਈਆਂ ਵੀ ਵੰਡਦੀ ਹੈ, ਫਲ ਵੀ ਵੰਡਦੀ ਹੈ, ਕੱਪੜੇ ਵੀ ਵੰਡਦੀ ਹੈ। ਪਰ ਇਹ ਗੱਲਾਂ ਵੀ ਉਹਦੇ ਜੀਵਨ ਦੇ ਵਿੱਚ ਪੈਦਾ ਹੋਈ ਜਿਹੜੀ ਕਮੀ ਉਹਨੂੰ ਭਰ ਨਹੀਂ ਸਕਦੀਆਂ। ਸਕੂਲ ਵਿੱਚ ਅਤੇ ਮੁੱਖ ਅਧਿਆਪਕ ਦੇ ਫਰਜ਼ ਨਿਭਾਉਂਦੀ ਹੋਈ ਸਕੂਲ ਦੇ ਵਿੱਚ ਦਾਖਲ ਹੋਈਆਂ ਬੱਚੀਆਂ ਨੂੰ ਤ੍ਰਿਸ਼ਨਾ ਰੱਖ ਕੇ ਅੰਬਾਂ ਦੀ ਭੁੱਖ ਅੰਬਾਕੜੀਆਂ ਦੇ ਨਾਲ ਲਾਉਣ ਦਾ ਤਰਲਾ ਕਰਦੀ ਹੈ। ਬੱਚੀਆਂ ਦੇ ਵਿੱਚ ਆਪਣੀ ਬੇਟੀ ਨੂੰ ਦੇਖਦੀ ਹੈ। ਉਹਦਾ ਇਹ ਯਤਨ ਉਹਦੇ ਅਤ੍ਰਿਪਤ ਰਹਿ ਗਏ ਮਮਤਾ ਦੇ ਜਜ਼ਬੇ ਕਾਰਨ ਹੁੰਦਾ। ਇਹਦੇ ਨਾਲ ਹੀ ਕਹਾਣੀਕਾਰ ਨੇ ਇਸ ਕਹਾਣੀ ਦੇ ਵਿੱਚ ਮਰਦ ਦੁਆਰਾ ਇਸਤਰੀ ਦੇ ਭਾਵੁਕ ਸ਼ੋਸ਼ਣ ਦੀ ਗੱਲ ਕੀਤੀ ਹੈ, ਕਿਸ ਤਰ੍ਹਾਂ ਉਹਨੂੰ ਇਮੋਸ਼ਨਲੀ ਬਲੈਕਮੇਲ ਕਰਦਾ, ਉਹਦਾ ਬੱਚਾ ਉਹ ਤੋਂ ਖੋਹ ਲੈਂਦਾ। ਮੁਹੱਬਤ ਦੇ ਜਜ਼ਬੇ ਦੇ ਵਿੱਚ ਬੱਝੀ ਜਿਹੜੀ ਉਹ ਲੜਕੀ ਹੈ, ਮਰਦ ਔਰਤ ਦੀ ਮੁਹੱਬਤ ਨੂੰ ਆਪਣੇ ਹਿੱਤਾਂ ਲਈ ਵਰਤਦਾ। ਇਸ ਭਾਵੁਕ ਸ਼ੋਸ਼ਣ ਦਾ ਸ਼ਿਕਾਰ ਰਜਨੀ ਪ੍ਰਤੂਲ ਦੀ ਮੁਹੱਬਤ ਦੇ ਹੁੰਗਾਰੇ ਵਜੋਂ ਨਾ ਚਾਹੁੰਦਿਆਂ ਹੋਇਆਂ ਵੀ ਆਪਣੇ ਘਰ ਜੰਮਣ ਵਾਲੀ ਬੇਟੀ ਨੂੰ ਖਤਮ ਕਰ ਦਿੰਦੀ, ਗਰਭਪਾਤ ਕਰਾ ਲੈਂਦੀ ਆਪਣੀ, ਜਿਹਦੇ ਸਿੱਟੇ ਵਜੋਂ ਨਾ ਕੇਵਲ ਉਹ ਸਦਾ ਲਈ ਗੁਨਾਹ ਦੇ ਅਹਿਸਾਸ ਦੇ ਨਾਲ ਭੜ ਜਾਂਦੀ ਹੈ, ਸਗੋਂ ਉਮਰ ਭਰ ਲਈ ਬਾਂਝ ਹੋ ਜਾਂਦੀ ਹੈ। ਪਰ ਉਹਦਾ ਪਤੀ ਉਹਦੇ ਅੰਦਰਲੇ ਜ਼ਖਮਾਂ ਦੇ ਤੂਫਾਨਾਂ ਨੂੰ ਸਮਝਣ ਤੋਂ ਅਸਮਰੱਥ ਹੈ ਅਤੇ ਉਹਨੂੰ ਧੀਰਜ ਦੇਣ ਦੀ ਥਾਂ ਕਲੱਬ ਚੱਲਣ ਲਈ ਕਹਿੰਦਾ। ਫਿਰ ਉਹਦੀਆਂ ਅੱਖਾਂ ਰੋ ਰੋ ਕੇ ਲਾਲ ਹੋਈਆਂ ਪਈਆਂ ਹੁੰਦੀਆਂ ਨੇ। ਸਵੇਰ ਨੂੰ ਉਹਦੀ ਟੈਨਸ਼ਨ ਆ ਕੇ ਅਣਗੌਲਿਆ ਕਰ ਦਿੰਦਾ। ਉਹ ਇੱਕ ਪਥਰਾਇਆ ਜਜ਼ਬਿਆਂ ਵਾਲਾ ਬੰਦਾ ਲੱਗਦਾ ਆਪਾਂ ਨੂੰ, ਜਿਹਨੂੰ ਇਹ ਅਹਿਸਾਸ ਹੀ ਨਹੀਂ ਕਿ ਉਹਦੀ ਪ੍ਰੇਮਿਕਾ, ਉਹਦੀ ਪਤਨੀ ਆਪਣੀ ਜਨਮ ਲੈਣ ਵਾਲੀ ਧੀ ਨੂੰ ਕੁੱਖ 'ਚ ਕਤਲ ਕਰਾਉਣ ਤੋਂ ਬਾਅਦ ਕਿਸ ਸਦਮੇ 'ਚੋਂ, ਕਿਸ ਦੌਰ 'ਚੋਂ ਗੁਜ਼ਰ ਰਹੀ ਹੈ। ਇਸ ਤਰ੍ਹਾਂ ਉਹਦੀ ਪਤਨੀ ਉਹਦੇ ਨਾਲ ਹੀਣ ਅਤੇ ਵਸਤੂ ਹੋਂਦ ਵਾਲਾ ਜੀਵਨ ਹੀ ਗੁਜ਼ਾਰਦੀ ਹੈ। ਇਸ ਕਹਾਣੀ ਦੇ ਵਿੱਚ ਕਹਾਣੀਕਾਰ ਨੇ ਅੱਜ ਦਾ ਜਿਹੜਾ ਬਹੁਤ ਚਰਚਿਤ ਜਿਹੜਾ ਮੁੱਦਾ ਭਰੂਣ ਹੱਤਿਆ ਉਹ 'ਤੇ ਫੋਕਸ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹਨੂੰ ਉਜਾਗਰ ਕਰਨ ਦੀ, ਉਹਨੂੰ ਹਾਈਲਾਈਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਇਹ ਮਰਦ ਪ੍ਰਧਾਨ ਸਮਾਜ ਜਿਹੜਾ ਹੈਗਾ ਇੱਕ ਮਾਂ ਤੋਂ ਆਪਣੇ ਬੱਚੇ ਦਾ ਹੀ ਕਤਲ ਕਰਵਾ ਦਿੰਦੀ ਹੈ। ਉਮੀਦ ਹੈ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਏਗੀ, ਕਿਉਂਕਿ ਇਹ ਕਹਾਣੀ ਸਾਡੇ ਨਾਲ ਜੁੜੀ ਹੈ, ਸਾਡੀਆਂ ਭੈਣਾਂ ਦੇ ਨਾਲ। ਸਾਡੇ ਆਂਢ ਗੁਆਂਢ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਕੇਸ ਨੇ ਆਮ ਹੁੰਦੇ ਨੇ, ਪਰ ਸ਼ਾਇਦ ਅਸੀਂ ਉਹਨੂੰ ਨਹੀਂ ਲਿਖ ਪਾਉਂਦੇ ਜਾਂ ਨਹੀਂ ਉਸ ਤਰੀਕੇ ਨਾਲ ਸਮਝ ਸਕਦੇ, ਕਿਉਂਕਿ ਸਾਡੇ ਵਿੱਚ ਜਿਹੜੀ ਲਿਖਣ ਦੀ ਜਿਹੜੀ ਕਲਾ ਹੈ ਉਸ ਚੀਜ਼ ਦੀ ਘਾਟ ਹੈ। ਤਾਂ ਉਮੀਦ ਹੈ ਤੁਹਾਨੂੰ ਅੱਜ ਦੀ ਵੀਡੀਓ ਸਮਝ ਲੱਗੀ ਹੋਵੇਗੀ। ਧੰਨਵਾਦ।